ਵੈਲਕਮ ਟੂ ਕੀਨ ਕਲਾਸਿਸ। ਈਟੀਟੀ ਪੇਪਰ 2 ਦੇ ਲਈ ਸਾਇੰਸ ਸਬਜੈਕਟ ਦੇ ਆਪਾਂ ਐਮਸੀਕਿਊ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਸੀ, ਉਹਨੂੰ ਕੰਟੀਨਿਊ ਕਰਦੇ ਹੋਏ ਆਪਾਂ ਥਰਡ ਵੀਡੀਓ ਲੈ ਕੇ ਆਏ ਹਾਂ। ਇਹਦੇ 'ਚ ਵੀ 10-15 ਐਮਸੀਕਿਊਜ਼ ਕੁਐਸਚਨ ਹੋਣਗੇ। ਤਾਂ ਦੇਖਦੇ ਹਾਂ ਅੱਜ ਦਾ ਪਹਿਲਾ ਕੁਐਸਚਨ। ਫਸਟ ਕੁਐਸਚਨ ਹੈਗਾ ਜੀ, 52 ਗ੍ਰਾਮ ਹੀਲੀਅਮ ਵਿੱਚ ਮੋਲਾਂ ਦੀ ਸੰਖਿਆ ਹੈ। ਮੋਲਾਂ ਦੀ ਸੰਖਿਆ ਪਤਾ ਕਰਨ ਲਈ ਆਪਣੇ ਕੋਲ ਇੱਕ ਫਾਰਮੂਲਾ ਹੁੰਦਾ ਹੈ। ਇਹ ਫਾਰਮੂਲਾ ਕੀ ਹੈ? ਨੰਬਰ ਆਫ ਮੋਲਸ। ਆਪਾਂ ਕੀ ਫਾਈਂਡ ਕਰਨਾ ਹੈ? ਨੰਬਰ ਆਫ ਮੋਲਸ ਫਾਈਂਡ ਕਰਨਾ ਹੈ। ਇਹਦੇ ਲਈ ਆਪਾਂ ਨੂੰ ਗਿਵਨ weight ਕਿਹਦਾ? ਹੀਲੀਅਮ ਦਾ ਕਿੰਨਾ ਆਪਣੇ ਕੋਲ 52 ਹੈ। ਠੀਕ ਹੈ, ਇਹਨੂੰ ਆਪਾਂ ਡਿਵਾਈਡ ਕਰਾਂਗੇ ਮੋਲਰ weight ਨਾਲ। ਮੋਲਰ weight ਕਿਸ ਦਾ ਹੋਵੇਗਾ? ਹੀਲੀਅਮ ਦਾ। ਹੀਲੀਅਮ ਦੇ 1 ਮੋਲ 'ਚ ਕਿੰਨਾ weight ਹੁੰਦਾ ਹੈ? ਹੀਲੀਅਮ ਦਾ ਆਪਾਂ ਨੂੰ ਪਤਾ ਹੈ ਕਿ ਜੋ ਅਣੂ ਹੁੰਦਾ ਹੈ ਉਹਦੇ 'ਚ ਸਿਰਫ ਹੀਲੀਅਮ ਦਾ ਇੱਕ ਸਿੰਗਲ ਪਾਰਟੀਕਲ ਹੀ ਉਹਦਾ ਅਣੂ ਹੁੰਦਾ ਹੈ, ਮਤਲਬ He ਆਪਾਂ ਲਿਖਿਆ ਤਾਂ ਇਹ ਹੀਲੀਅਮ ਦਾ ਇੱਕ ਇੱਕ ਅਣੂ ਹੀ ਹੈ। ਤਾਂ ਇਹਦਾ ਅਣੂ ਦਾ ਕਿੰਨਾ ਹੈਗਾ? ਮਾਸ ਨੰਬਰ ਹੈਗਾ 4। ਆਪਾਂ ਨੂੰ weight ਕਿੰਨਾ ਤਾਂ ਇਹਨਾਂ ਨੇ 52 ਦਿੱਤਾ ਹੋਇਆ, ਇਹਨੂੰ 4 ਨਾਲ ਡਿਵਾਈਡ ਕਰਾਂਗੇ, ਆਪਣਾ ਆਨਸਰ ਆ ਜਾਊਗਾ ਕਿੰਨਾ? 13। ਤਾਂ ਆਪਣਾ ਰਾਈਟ ਆंसर हो जाएगा 13। नेक्स्ट क्वेश्चन देखते हैं। नेक्स्ट क्वेश्चन हैगा अपना 0.1 मोल कार्बन परमाणुओं ਵਿੱਚ ਕਾਰਬਨ ਪਰਮਾਣੂਆਂ ਦੀ ਸੰਖਿਆ ਹੈ। ਤੇ ਇਹਦੇ ਲਈ ਬਹੁਤ ਹੀ ਬੇਸਿਕ ਜੀ ਕੈਲਕੂਲੇਸ਼ਨ ਹੈ। ਤਾਂ ਆਪਾਂ ਦੇਖਦੇ ਹਾਂ ਮੋਲਾਂ ਦੀ ਸੰਖਿਆ ਲਈ ਹੈਗਾ, ਆਪਾਂ ਨੂੰ ਮੋਲਾਂ ਦੀ ਸੰਖਿਆ ਦਿੱਤੀ ਹੋਈ ਹੈ ਇਹਨਾਂ ਨੇ 0.1, ਕਹਿਣ ਦਾ ਮਤਲਬ ਕਿ 1 ਮੋਲ ਦਾ 10ਵਾਂ ਹਿੱਸਾ। ਤਾਂ ਆਪਾਂ ਇਹਨੂੰ 0.1 ਨੂੰ 10 ਨਾਲ ਡਿਵਾਈਡ ਕਰਤਾ, 10 ਨਾਲ ਹੀ ਮਲਟੀਪਲਾਈ ਕਰਤਾ, ਇੱਕੋ ਹੀ ਗੱਲ ਹੈ, ਸੇਮ, ਕੋਈ ਫਰਕ ਨਹੀਂ ਪਿਆ। ਇਹਨੂੰ ਆਪਾਂ ਕੀ ਕਰਿਆ? ਐਸ ਲੋਟ ਲਿਖ ਲਿਆ 1/10 ਕਰਕੇ। ਫਿਰ ਆਪਾਂ ਕੀ ਕੀਤਾ? 1 ਮੋਲ ਕਾਰਬਨ ਲਈ ਪਰਮਾਣੂਆਂ ਦੀ ਸੰਖਿਆ, 1 ਮੋਲ ਲਈ ਆਪਾਂ ਨੂੰ ਪਤਾ ਕਿੰਨੀ ਹੁੰਦੀ ਹੈ? 6.022 × 10 ਦੀ 23। ਦੋ ਆਪਸ਼ਨ ਸੇਮ ਹੋ ਗਏ, ਚਲ ਕੋਈ ਗੱਲ ਨਹੀਂ, ਇਹਨੂੰ ਆਪਾਂ 3 ਕਰ ਦਿੰਦੇ ਇੱਥੇ, ਹੈ ਨਾ। 1 ਮੋਲ 'ਚ ਕਿੰਨੀ ਹੁੰਦੀ ਹੈ? 6.022 × 10 ਦੀ 23 ਹੁੰਦੀ ਹੈ। ਤਾਂ ਆਪਾਂ ਜੇ ਦੋ ਮੋਲਾਂ ਦੇ ਫਾਈਂਡ ਕਰਨਾ ਹੋਗਾ ਤਾਂ ਆਪਾਂ ਨੂੰ ਕੀ ਕਰਾਂਗੇ? 2 ਨਾਲ ਮਲਟੀਪਲਾਈ ਕਰ ਦਾਂਗੇ। ਜੇ 3 ਮੋਲ ਹੋਣਗੇ ਤਾਂ 3 ਨਾਲ ਮਲਟੀਪਲਾਈ ਕਰ ਦਾਂਗੇ। ਹੁਣ ਆਪਣੇ ਕੋਲ ਮੋਲ ਕਿੰਨੇ ਹੈ? 1/10 ਹੈ। ਤਾਂ ਆਪਾਂ ਇਹਨੂੰ ਕੀ ਕਰਾਂਗੇ? 1/10 ਨਾਲ ਡਿਵਾਈਡ ਕੀਤਾ ਤਾਂ ਆਪਣਾ ਜੋ 10 ਨਾਲ ਡਿਵਾਈਡ ਕਰ ਦਾਂਗੇ ਇਹਨੂੰ, ਇਹਦਾ ਮਤਲਬ ਇਹ ਹੋਇਆ 1/10 × 6.022 × 10 ਦੀ 23। ਤਾਂ ਇਹਨੂੰ 10 ਨਾਲ ਡਿਵਾਈਡ ਕੀਤਾ ਤਾਂ ਆਪਣੇ ਕੋਲ ਰਾਈਟ ਆਂਸਰ ਕੀ ਆ ਜਾਊਗਾ? 6.022 × 10 ਦੀ 22। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈਗਾ ਆਪਣੇ ਕੋਲੇ 12.044 × 10 ਦੀ 23 ਪਾਵਰ ਹੈ, ਕਣਾਂ ਨੂੰ ਮੋਲਾਂ ਵਿੱਚ ਬਦਲੋ। ਇਹਦੇ ਲਈ ਵੀ ਆਪਾਂ ਨੂੰ ਪਤਾ ਹੀ ਹੈ ਇੱਕ ਮੋਲ 'ਚ ਕਿੰਨੇ ਪਾਰਟੀਕਲਸ ਹੁੰਦੇ ਆ? 6.022 × 10 ਦੀ 23। ਆਪਾਂ ਨੂੰ ਪਾਰਟੀਕਲ ਦਿੱਤੇ ਕਿੰਨੇ? ਇਸਨੇ ਇਹਨੇ ਦਿੱਤੇ 12.044 × 10 ਦੀ 23। ਆਪਾਂ ਕੀ ਕਰਾਂਗੇ? ਜੋ ਆਪਾਂ ਨੂੰ ਦਿੱਤੇ ਗਏ ਪਾਰਟੀਕਲਸ ਹੈ ਉਹਨੂੰ ਕੀ ਕਰਾਂਗੇ? ਡਿਵਾਈਡ ਕਰ ਦਾਂਗੇ ਕਿਹਦੇ ਨਾਲ? 6.022 × 10 ਦੀ 23। ਇਹ ਕੀ ਇੱਕ ਆਵੋਗੈਡਰੋ ਕਨਸਟੈਂਟ ਹੈ। ਠੀਕ ਹੈ, ਤਾਂ ਆਪਾਂ ਇਹਨੂੰ ਜਦੋਂ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਆਨਸਰ ਕੀ ਆ ਜਾਊਗਾ? 2 ਆ ਜਾਊਗਾ। ਤਾਂ ਆਪਣਾ ਆਨਸਰ ਕੀ ਹੋ ਗਿਆ? 2। ਸਹੀ ਆਪਸ਼ਨ ਕਿਹੜਾ ਹੈ? ਬੀ ਵਾਲਾ। ਨੈਕਸਟ ਕੁਐਸਚਨ ਕੀ ਹੈ? 2 ਮੋਲ ਆਕਸੀਜਨ ਗੈਸ ਦਾ ਪੁੰਜ ਹੋਵੇਗਾ। ਹਾਂਜੀ, ਆਪਾਂ ਨੂੰ ਪਤਾ ਹੈ ਆਕਸੀਜਨ ਪਰਮਾਣੂ ਦਾ ਮਾਸ ਨੰਬਰ ਹੁੰਦਾ ਹੈਗਾ 16। ਠੀਕ ਹੈ, ਆਪਾਂ ਨੂੰ ਫਾਰਮੂਲਾ ਕੀ ਦਿੱਤਾ ਹੋਇਆ? O2। ਤਾਂ O2 ਦੇ 1 ਮੋਲ 'ਚ ਕਿੰਨਾ ਹੋ ਜਾਊਗਾ? O2 ਦੇ 1 ਮੋਲ 'ਚ ਹੋ ਜਾਊਗਾ 16 + 16। ਠੀਕ ਹੈ, ਤਾਂ 1 ਮੋਲ 'ਚ ਕਿੰਨਾ ਹੋ ਜਾਊਗਾ? 32 ਗ੍ਰਾਮ weight ਹੋ ਜਾਊਗਾ। ਆਪਾਂ ਨੂੰ ਕਿੰਨੇ ਮੋਲ ਦਿੱਤੇ ਹੋਏ ਇਹਨਾਂ ਨੇ ਆਪਾਂ ਨੂੰ ਦਿੱਤੇ ਹੋਏ 2 ਮੋਲ। ਤਾਂ ਆਪਣਾ ਰਾਈਟ ਆਂਸਰ ਹੈ ਉਹ ਜੋ 32 ਗ੍ਰਾਮਸ। ਠੀਕ ਹੈ, ਸੌਰੀ 64 ਗ੍ਰਾਮਸ। ਇਹ ਤਾਂ ਸਿੰਗਲ ਪਾਰਟ 1 ਮੋਲ ਦੀ ਗੱਲ ਹੋ ਰਹੀ ਹੈ ਨਾ। 1 ਮੋਲ 'ਚ ਹੈਗਾ 32 ਗ੍ਰਾਮ, 2 'ਚ ਹੋ ਜਾਏਗਾ 64 ਗ੍ਰਾਮ। ਆਪਣਾ ਰਾਈਟ ਆਂਸਰ ਕੀ ਹੋ ਜਾਊਗਾ? ਆਪਸ਼ਨ ਡੀ। ਨੈਕਸਟ ਕੁਐਸਚਨ ਹੈਗਾ ਆਪਾਂ ਨੂੰ ਪਰਮਾਣੂ ਦੀ ਬਣਤਰ ਤਰਬੂਜ ਵਰਗੀ ਕਿਸ ਵਿਗਿਆਨਿਕ ਨੇ ਦੱਸੀ ਸੀ? ਤੇ ਇਹਦਾ ਆਪਣਾ ਜੋ ਆਨਸਰ ਹੈ ਉਹ ਹੈਗਾ ਆਪਸ਼ਨ 4 ਥੌਮਸਨ। ਥੌਮਸਨ ਨੇ ਕੀ ਕਿਹਾ ਸੀਗਾ ਕਿ ਜੋ ਇੱਕ ਪਰਮਾਣੂ ਹੁੰਦਾ ਹੈ ਉਹ ਕੀ ਇੱਕ ਗੋਲਾ ਹੈਗਾ ਕਿਸ ਚੀਜ਼ ਦਾ? ਪੋਜ਼ਿਟਿਵ ਚਾਰਜ ਦਾ, ਜਿਹਦੇ ਵਿੱਚ ਇਲੈਕਟ੍ਰੋਨਸ ਜਿਵੇਂ ਤਰਬੂਜ ਦੇ ਵਿੱਚ ਬੀ ਹੁੰਦੇ ਆ ਨਾ, ਉਸ ਲੋਟ ਜਗ੍ਹਾ ਜਗ੍ਹਾ ਤੇ ਫੈਲੇ ਹੋਏ ਨੇ। ਤੇ ਜੋ ਪੋਜ਼ਿਟਿਵ ਚਾਰਜ ਹੈ ਉਹ ਕੀ ਹੈ? ਸਾਰੇ 'ਚ ਇੱਕੋ ਜਿਹਾ ਡਿਵਾਈਡ ਹੋਇਆ ਹੋਇਆ ਹੈ। ਜੋ ਨੈਗੇਟਿਵ ਚਾਰਜ ਹੈ ਉਹ ਜਗ੍ਹਾ ਜਗ੍ਹਾ ਤੇ ਜਿਵੇਂ ਤਰਬੂਜ 'ਚ ਬੀਜ ਹੁੰਦੇ ਆ ਸਲੋਟ, ਜਗ੍ਹਾ ਜਗ੍ਹਾ ਤੇ ਅਲੱਗ-ਅਲੱਗ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਆਪਣਾ। ਇਹ 'ਚ ਨੇ ਪੁੱਛਿਆ ਐਲਫਾ ਕਣ ਹੁੰਦੇ ਹਨ। ਐਲਫਾ ਕਣ ਕੀ ਹੁੰਦੇ ਆ? ਆਪਾਂ ਰਦਰਫੋਰਡ ਦੇ ਪਰਮਾਣੂ ਮਾਡਲ 'ਚ ਆਪਾਂ ਐਲਫਾ ਕਣ ਪੜ੍ਹਦੇ ਹਾਂ। ਤਾਂ ਐਲਫਾ ਕਣ ਕੀ ਹੁੰਦੇ? ਪੋਜ਼ਿਟਿਵ ਚਾਰਜਡ ਹੀਲੀਅਮ ਪਾਰਟੀਕਲਸ। ਇਹ ਕੀ ਕਹਿ ਰਿਹਾ ਕਿ
ਹੀਲੀਅਮ ਦੇ ਪਾਰਟੀਕਲਸ ਆ ਜਿਨ੍ਹਾਂ ਤੇ ਪੋਜ਼ਿਟਿਵ ਚਾਰਜ ਹੁੰਦਾ ਹੈ, ਨੈਗੇਟਿਵ ਚਾਰਜਡ ਹੀਲੀਅਮ ਪਾਰਟੀਕਲਸ, ਪੋਜ਼ਿਟਿਵ ਚਾਰਜਡ ਹਾਈਡਰੋਜਨ ਪਾਰਟੀਕਲਸ, ਨੈਗੇਟਿਵ ਚਾਰਜਡ ਹਾਈਡਰੋਜਨ ਪਾਰਟੀਕਲਸ। ਤੇ ਜੋ ਆਪਣਾ ਸਹੀ ਆਨਸਰ ਹੈ ਉਹ ਹੋ ਜਾਏਗਾ ਆਪਸ਼ਨ ਏ। ਇਹ ਕੀ ਐਲਫਾ ਕਣ ਕਿਸ ਨੂੰ ਕਹਿੰਦੇ ਆ? ਜੋ ਹੀਲੀਅਮ ਤੇ ਪੋਜ਼ਿਟਿਵ ਚਾਰਜ ਹੁੰਦਾ ਉਸ ਨੂੰ ਐਲਫਾ ਕਣ ਕਹਿੰਦੇ ਆ। ਰਦਰਫੋਰਡ ਨੇ ਕੀ ਕੀਤਾ ਸੀ? ਆਪਣੇ ਪਰਮਾਣੂ ਮਾਡਲ ਦੱਸਣ ਲਈ ਇੱਕ ਸੋਨੇ ਦੀ ਪੱਤੀ ਲੈਤੀ ਸੀ ਬਹੁਤ ਪਤਲੀ, ਉਹਦੇ ਤੇ ਕੀ ਕੀਤਾ ਉਹਨੇ? ਪੋਜ਼ਿਟਿਵ ਚਾਰਜ ਹੀਲੀਅਮ ਯਾਨੀ ਕਿ ਐਲਫਾ ਕਣਸ ਦੀ ਬੌਛਾਰ ਕਰਵਾਈ, ਤਾਂ ਉਦੋਂ ਬਾਅਦ ਜੋ ਰਿਜ਼ਲਟਸ ਆਏ ਉਸ ਦੇ ਬੇਸ ਤੇ ਉਹਨੇ ਆਪਣੀ ਥਿਉਰੀ ਦਿੱਤੀ ਸੀ ਪਰਮਾਣੂ ਦੀ ਬਣਤਰ ਨੂੰ ਲੈ ਕੇ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਪਰਮਾਣੂ ਦਾ ਪੋਜ਼ਿਟਿਵ ਚਾਰਜ ਉਸ ਦੇ ਕੇਂਦਰ ਤੇ ਹੁੰਦਾ ਹੈ, ਕਿਸ ਵਿਗਿਆਨਿਕ ਨੇ ਕਿਹਾ ਸੀ? ਇਹ ਗੱਲ ਕਹੀ ਸੀ ਰਦਰਫੋਰਡ ਨੇ। ਕਦੋਂ ਕਹੀ ਸੀ ਉਹਨੇ? ਜਦੋਂ ਉਹਨੇ ਸੋਨੇ ਦੀ ਪੱਤੀ ਤੇ ਐਲਫਾ ਕਣ ਦੀ ਬੌਛਾਰ ਕੀਤੀ, ਉਦੋਂ ਬਾਅਦ ਜੋ ਉਹਨੂੰ ਰਿਜ਼ਲਟ ਮਿਲੇ ਉਹਦੇ ਹਿਸਾਬ ਨਾਲ ਉਹਨੇ ਦੱਸਿਆ ਸੀ ਕਿ ਜੋ ਪਰਮਾਣੂ ਹੁੰਦਾ ਹੈ ਉਹ ਇੱਕ ਪੋਜ਼ਿਟਿਵ ਚਾਰਜ ਹੁੰਦਾ ਜਿਹੜਾ ਉਹਦਾ, ਉਹ ਪਰਮਾਣੂ ਦੇ ਬਿਲਕੁਲ ਸੈਂਟਰ ਤੇ ਹੁੰਦਾ ਤੇ ਬਹੁਤ ਹੀ ਛੋਟੀ ਜਗ੍ਹਾ ਤੇ ਹੁੰਦਾ ਹੈ। ਇਹ ਪ੍ਰੈਕਟੀਕਲ 'ਚ ਉਹਨੇ ਕੀ ਦੇਖਿਆ ਕਿ ਜਦੋਂ ਉਹਨੇ 골ਡ ਦੀ ਪਲੇਟ ਬਿਲਕੁਲ ਪਤਲੀ ਪੱਤੀ ਸੀ, ਉਹਦੇ ਤੇ ਜਦੋਂ ਐਲਫਾ ਕਣਾਂ ਦੀ ਮੰਨ ਲਓ ਆ 골ਡ ਦੀ ਬਹੁਤ ਹੀ ਪਤਲੀ ਪੱਤੀ ਹੈ ਨਾ, ਤਾਂ ਇਹਨੇ ਕੀ ਕੀਤਾ? ਐਲਫਾ ਕਣਾਂ ਦੇ ਤੇ ਬਾਰਿਸ਼ ਕੀਤੀ, ਤਾਂ ਉਹਨੇ ਦੇਖਿਆ ਜ਼ਿਆਦਾਤਰ ਪਾਰਟੀਕਲ ਸੀ ਕਿ ਉਹ ਆਰ ਪਾਰ ਲੰਘ ਰਹੇ ਸੀ ਬਿਨਾਂ ਕੋਈ ਆਪਣਾ ਪਾਥ ਸੀ ਉਹ ਡਾਇਵਰਟ ਕਰੇ, ਪਰ ਵਿੱਚੋਂ ਕੁਝ ਪਾਰਟੀਕਲ ਸੀ ਜਿਹੜੇ ਆਪਣਾ ਪਾਥ ਥੋੜਾ ਡਾਇਵਰਟ ਕਰ ਰਹੇ ਸੀ, ਤੇ ਬਹੁਤ ਹੀ ਰੇਅਰ ਪਾਰਟੀਕਲਸ ਇਹੋ ਜਿਹੇ ਸੀ ਜਿਹੜਾ ਸੇਮ ਪਾਥ ਤੇ ਵਾਪਸ ਵੀ ਜਾ ਰਹੇ ਸੀ। ਫਿਰ ਇਹਨੇ ਕੀ ਰਿਜ਼ਲਟ ਕੱਢਿਆ ਕਿ ਹੀਲੀਅਮ ਕੀ ਇੱਕ ਪੋਜ਼ਿਟਿਵ ਚਾਰਜ ਹੈ, ਠੀਕ ਹੈ, ਔਰ ਜੋ ਪਰਮਾਣੂ ਦਾ ਪੋਜ਼ਿਟਿਵ ਚਾਰਜ ਹੈ ਉਹ ਉਸਦੇ ਸੈਂਟਰ ਤੇ ਹੈ, ਬਿਲਕੁਲ ਸੈਂਟਰ ਤੇ। ਤਾਂ ਜਦੋਂ ਹੀਲੀਅਮ ਦੇ ਕੋਈ ਪਾਰਟੀਕਲਸ ਆ ਕੇ ਉਹਦੀ ਨਾਭਿਕ ਨਾਲ ਟਕਰਾਉਂਦਾ ਹੈ ਨਾ, ਤਾਂ ਉਹ ਵਾਪਸ ਸੇਮ ਪਾਥ ਤੇ ਵਾਪਸ ਚਲਾ ਜਾਂਦਾ ਹੈ। ਇਹ ਰਿਜ਼ਲਟ ਕਿਹਨੇ ਕੱਢਿਆ ਸੀ? ਰਦਰਫੋਰਡ ਨੇ। ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਆਪਣਾ। ਇਲੈਕਟ੍ਰੌਨ ਕੇਵਲ ਕੁਝ ਨਿਸ਼ਚਿਤ ਔਰਬਿਟਸ ਵਿੱਚ ਹੀ ਚੱਕਰ ਲਗਾ ਸਕਦਾ ਹੈ, ਕਿਸ ਵਿਗਿਆਨਿਕ ਨੇ ਕਿਹਾ? ਇਹ ਗੱਲ ਕਹੀ ਸੀਗੀ ਬੋਹਰ ਨੇ। ਬੋਹਰ ਨੇ ਸਭ ਤੋਂ ਪਹਿਲਾਂ ਰਦਰਫੋਰਡ ਦਾ ਜੋ ਪਰਮਾਣੂ ਮਾਡਲ ਸੀ ਉਹਨੂੰ ਐਨਾਲਾਈਜ਼ ਕੀਤਾ, ਉਹ 'ਚ ਕੁਝ ਕਮੀਆਂ ਸੀ। ਰਦਰਫੋਰਡ ਨੇ ਕੀ ਕੀਤਾ ਸੀ? ਇਹ ਤਾਂ ਦੱਸਦਾ ਸੀ ਕਿ ਜੋ ਪਰਮਾਣੂ ਹੁੰਦਾ ਉਹਦੇ ਸੈਂਟਰ ਤੇ ਉਹਦਾ ਪੋਜ਼ਿਟਿਵ ਚਾਰਜ ਹੈ ਸਾਰਾ, ਉਹ ਸੈਂਟਰ ਤੇ ਹੁੰਦਾ, ਪਰ ਉਹਨੇ ਇਹ ਨਹੀਂ ਦੱਸਿਆ ਸੀ ਕਿ ਜੋ ਇਲੈਕਟ੍ਰੋਨਸ ਹੈ ਉਹ ਇਹਦੇ ਸਾਈਡ ਚੱਕਰ ਕਿਵੇਂ ਕੱਢਦੇ ਨੇ, ਮਤਲਬ ਸਾਰੇ ਇੱਕੋ ਹੀ ਲਾਈਨ 'ਚ ਇੱਕੋ ਹੀ ਕਕਸ਼ਾ ਚੱਲ ਰਿਹਾ ਹੈ, ਇੱਕੋ ਹੀ ਆਰਬਿਟ 'ਚ ਹੈ, ਜਾਂ ਹਰੇਕ ਦਾ ਆਰਬਿਟ ਅਲੱਗ ਹੈ, ਜਾਂ ਕੋਈ ਇਲੈਕਟ੍ਰੋਨ ਨੇ ਆਰਬਿਟ ਤੋਂ ਬਾਹਰ ਜਾਣਾ ਹੈ, ਜਾਂ ਪਰਮਾਣੂ ਕੋਈ ਹੋਰ ਨਵਾਂ ਇਲੈਕਟ੍ਰੋਨ ਲੈ ਰਿਹਾ ਹੈ ਜਾਂ ਕਿਸੇ ਨੂੰ ਦੇ ਰਿਹਾ, ਤਾਂ ਉਹਦਾ ਕੀ ਰੀਜ਼ਨ ਹੈ, ਕਿਵੇਂ ਉਹਦਾ ਲੈਣ ਦੇਣ ਹੋ ਰਿਹਾ, ਉਹ ਕੁਝ ਨਹੀਂ ਦੱਸ ਸਕਿਆ ਸੀਗਾ। ਤਾਂ ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਜਿਹੜੀਆਂ ਕਮੀਆਂ ਸੀ ਉਹਨੂੰ ਦੂਰ ਕਰਨ ਲਈ ਬੋਹਰ ਨੇ ਆਪਦਾ ਪਰਮਾਣੂ ਮਾਡਲ ਦਿੱਤਾ ਸੀ। ਉਹਦੇ 'ਚ ਦੱਸਿਆ ਸੀ ਉਸਨੇ ਕਿ ਜੋ ਇਲੈਕਟ੍ਰੋਨ ਹੈ ਉਹ ਕੇਵਲ ਕੁਝ ਨਿਸ਼ਚਿਤ ਆਰਬਿਟਸ ਵਿੱਚ ਹੀ ਚੱਕਰ ਲਗਾ ਸਕਦਾ ਹੈ। ਜੇ ਉਹਨੇ ਆਪਣੀ ਤੋਂ ਉੱਪਰ ਵਾਲੀ ਕਕਸ਼ਾ ਜਾਣਾ ਹੈ ਤਾਂ ਉਹਨੂੰ ਕੁਝ એનર્ਜੀ ਓਬਜ਼ਰਵ ਕਰਨੀ ਪਊਗੀ, ਜੇ ਉਹਨੇ ਆਪਣੀ ਤੋਂ ਕਲਾਸ ਤੋਂ ਨੀਚੇ ਵਾਲੀ ਕਲਾਸ 'ਚ ਆਉਣਾ ਤਾਂ ਉਹਨੂੰ ਕੁਝ એનર્ਜੀ ਕੀ ਹੈ ਉਹ ਛੱਡਣੀ ਪਊਗੀ ਜਾਂ ਦਾਨ ਕਰਨੀ ਪਊਗੀ ਕਹਿ ਲਓ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਸਭ ਤੋਂ ਬਾਹਰੀ ਆਰਬਿਟ ਵਿੱਚ ਇਲੈਕਟ੍ਰੋਨਸ ਦੀ ਸੰਖਿਆ ਹੋ ਸਕਦੀ ਹੈ। ਪਹਿਲਾ ਆਪਸ਼ਨ ਹੈਗਾ A, ਦੂਜਾ ਆਪਸ਼ਨ ਹੈਗਾ ਪਹਿਲਾ ਆਪਸ਼ਨ A ਹੈ, ਇਹਦੇ ਵਿੱਚ ਕਿੰਨੇ ਦੱਸੇ ਹੋਏ 2 ਇਲੈਕਟ੍ਰੋਨਸ, ਦੂਜਾ ਆਪਸ਼ਨ ਹੈਗਾ 6, ਥਰਡ ਆਪਸ਼ਨ ਹੈ 8, ਫੋਰਥ ਹੈ 18। ਤੇ ਜਿਹੜਾ ਆਪਣਾ ਸਭ ਤੋਂ ਸਹੀ ਆਨਸਰ ਹੈ, ਰਾਈਟ ਆਨਸਰ ਹੈ, ਉਹ ਹੋ ਜਾਊਗਾ ਆਪਸ਼ਨ C, ਕਿੰਨੇ 8। ਸਭ ਤੋਂ ਬਾਹਰੀ ਆਰਬਿਟ ਹੈ ਜਿਹੜਾ ਉਹਦੇ 'ਚ ਵੱਧ ਤੋਂ ਵੱਧ 8 ਇਲੈਕਟ੍ਰੋਨਸ ਹੋ ਸਕਦੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਨੈਕਸਟ ਕੁਐਸਚਨ ਹੈਗਾ ਸੰਯੋਜਕਤਾ ਜਾਂ ਵੈਲੈਂਸੀ ਕੀ ਹੁੰਦੀ ਹੈ। ਮੈਂ ਪਿਛਲੀ ਵੀਡੀਓ 'ਚ ਵੀ ਕਿਹਾ ਸੀਗਾ ਕਿ ਆਪਾਂ ਸੰਯੋਜਕਤਾ ਨੂੰ ਵਧੀਆ ਤਰੀਕੇ ਨਾਲ ਡਿਸਕ੍ਰਾਈਬ ਕਰਾਂਗੇ, ਤਾਂ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਹਾਂ ਕਿਸੇ ਤੱਤ ਦੀ ਇਲੈਕਟ੍ਰੋਨ ਤਿਆਗ ਕਰਨ ਜਾਂ ਕਿਸੇ ਹੋਰ ਤੱਤ ਤੋਂ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਸ਼ਕਤੀ ਉਸ ਤੱਤ ਦੀ ਵੈਲੈਂਸੀ ਕਹਾਉਂਦੀ ਹੈ ਜਾਂ ਹੁੰਦੀ ਹੈ। ਕਿ ਕੋਈ ਵੀ ਪਰਮਾਣੂ ਹੈ ਉਹ ਜਾਂ ਤੱਤ ਕਹਿ ਲਓ ਕੀ ਹੈ, ਉਹ ਜਦੋਂ ਕਿਸੇ ਨਾਲ ਵੀ ਰਸਾਇਣਿਕ ਸੰਯੋਜਨ ਕਰਦਾ ਹੈ ਤਾਂ ਉਹ ਇਲੈਕਟ੍ਰੋਨਸ ਦੇ ਥਰੂ ਹੀ ਕਰਦਾ, ਜਾਂ ਤਾਂ ਉਹ ਇਲੈਕਟ੍ਰੋਨਸ ਕਿਸੇ ਨੂੰ ਦੇ ਦਿੰਦਾ ਹੈ ਜਾਂ ਫਿਰ ਉਸ ਤੋਂ ਇਲੈਕਟ੍ਰੋਨਸ ਲੈ ਲੈਂਦਾ ਹੈ। ਤਾਂ ਉਹ ਕਿੰਨੇ ਇਲੈਕਟ੍ਰੋਨਸ ਦੇਊਗਾ ਕਿਸੇ ਨੂੰ, ਉਹ ਉਹਦੀ ਸੰਯੋਜਕਤਾ ਹੈ, ਜਾਂ ਕਿੰਨੇ ਇਲੈਕਟ੍ਰੋਨਸ ਕਿਸੇ ਤੋਂ ਲੈ ਸਕਦਾ ਹੈ, ਕਿੰਨੇ ਉਹ ਹੋਰ ਆਪਣੇ ਨਾਲ ਕੋਲ ਰੱਖ ਸਕਦਾ ਇਲੈਕਟ੍ਰੋਨਸ, ਇਹ ਉਹਦੀ ਸੰਯੋਜਕਤਾ ਹੈ। ਬੇਸਿਕਲੀ ਜਦੋਂ ਰਸਾਇਣਿਕ ਅਭਿਕਿਰਿਆ ਹੁੰਦੀ ਹੈ ਜਾਂ ਰਸਾਇਣਿਕ ਸੰਯੋਜਨ ਹੁੰਦਾ ਹੈ, ਜਾਂ ਕਹਿ ਲਓ ਇਲੈਕਟ੍ਰੋਨਸ ਦਾ ਕਿਸੇ ਨੂੰ ਲੈਣ ਦੇਣ ਕਰਦਾ ਕੋਈ ਵੀ ਪਰਮਾਣੂ ਹੈ, ਤਾਂ ਉਹਦੇ 'ਚ ਕੀ ਕਰ ਰਿਹਾ ਹੁੰਦਾ ਹੈ, ਉਹ ਆਪਣੇ ਜੋ ਬਾਹਰੀ ਕਕਸ਼ਾ ਹੁੰਦੀ ਹੈ, ਸਭ ਤੋਂ ਬਾਹਰ ਵਾਲਾ ਆਰਬਿਟ ਹੁੰਦਾ ਹੈ, ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਉਹਦੇ 'ਚ ਵੱਧ ਤੋਂ ਵੱਧ 8 ਇਲੈਕਟ੍ਰੋਨਸ ਹੋ ਸਕਦੇ ਆ। ਇਹ 8 ਇਲੈਕਟ੍ਰੋਨਸ ਕੰਪਲੀਟ ਕਰਨ ਦੇ ਲਈ ਹੀ ਉਹ ਅਭਿਕਿਰਿਆ ਕਰਦਾ ਹੈ, ਜਾਂ ਕਹਿ ਲਓ ਇਲੈਕਟ੍ਰੋਨ ਦਿੰਦਾ ਹੈ, ਜਾਂ ਕਹਿ ਲਓ ਇਲੈਕਟ੍ਰੋਨ ਲੈਂਦਾ ਹੈ। ਠੀਕ ਹੈ, ਤਾਂ ਆਪਾਂ ਐਗਜ਼ਾਮਪਲ ਦੇਖਦੇ ਹਾਂ। ਆਪਣਾ ਫਸਟ ਐਗਜ਼ਾਮਪਲ ਹੈਗਾ ਇਹਦੇ 'ਚ, ਜਿਵੇਂ ਕਿਸੇ ਤੱਤ ਦੀ ਬਾਹਰੀ ਆਰਬਿਟ ਵਿੱਚ 7 ਇਲੈਕਟ੍ਰੋਨਸ ਹੈ
ਤਾਂ ਇਹ ਤੱਤ ਇੱਕ ਇਲੈਕਟ੍ਰੋਨ ਪ੍ਰਾਪਤ ਕਰਕੇ ਆਪਣਾ ਆਕਟੇਟ मतलब कि ऑर्बिट ਦੇ जो सब तो बाहरी ऑर्बिट है ਉਹਦੇ ਚ 8 ਇਲੈਕਟ੍ਰੋਨ ਨੇ ਉਹਨੂੰ ਕੀ ਬੋਲਦੇ ਆ ਆਕਟੇਟ ਬੋਲਦੇ ਆ ਪੂਰਾ ਕਰ ਸਕਦਾ ਹੈ ਅਤੇ ਇਸ ਦੀ ਵੈਲੈਂਸੀ 1 ਹੋਵੇਗੀ ਕਿਉਂਕਿ ਇਹਦੇ ਕੋਲੇ 7 ਹੈਗੇ ਆ ਉਹ ਇੱਕ ਇਲੈਕਟ੍ਰੋਨ ਹੋਰ ਕਿਸੇ ਤੋਂ ਲੈ ਲੂਗਾ ਉਹਦੇ ਕੋਲੇ ਕਿੰਨੇ ਹੋ ਜਾਣਗੇ 8 ਹੋ ਜਾਣਗੇ ਉਹਦਾ ਕੀ ਆਕਟੇਟ ਕੰਪਲੀਟ ਹੋ ਜਾਏਗਾ ਤਾਂ ਇਹ ਦੀ ਹੋ ਜਾਊਗੀ ਵੈਲੈਂਸੀ ਕਿੰਨੀ ਹੋ ਜਾਊਗੀ ਸੰਯੋਜਕਤਾ 1 ਇਲੈਕਟ੍ਰੋਨ ਠੀਕ ਹੈ ਜੇਕਰ ਕਿਸੇ ਤੱਤ ਐਗਜ਼ਾਮਪਲ 2 ਦੇਖਦੇ ਆਪਾਂ ਜੇਕਰ ਕਿਸੇ ਤੱਤ ਦੇ ਬਾਹਰੀ ਆਰਬਿਟ ਵਿੱਚ 1 ਇਲੈਕਟ੍ਰੋਨ ਹੈ ਤਾਂ ਇਹ 1 ਇਲੈਕਟ੍ਰੋਨ ਤਿਆਗ ਕਰਕੇ ਆਪਣਾ ਆਕਟੇਟ पूरा करेगा तो इसकी वैलेंसी 1 हो जाएगी ठीक है इत्थे भी अपना इलैक्ट्रॉन सीगा 0 हो जाएंगे तो जो पिछले वाला ऑर्बिट होगा जो पूरा 8 का भरया होगा तो इत्थे भी यदि वैलेंसी कितनी हो जाएगी 1 हो जाएगी बेसिकली वही गल होगी कि संयोजकता यही होंगी है कि वो अपना ऑक्टेट कंप्लीट करने की कोशिश होंगी है हरेक परमाणु की नैक्सट क्वेश्चन देखते हैं अपना नैक्सट क्वेश्चन हैगा पुंज संख्या है मास नंबर की चीज़ होंगे है परमाणु 3 चीज़ां होंदियां ने सब तो बार होंगे इलैक्ट्रॉन्स ठीक है फिर आ जाते अपन नाभिक के विच देखते हैं तो उहदे च होंगे प्रोटोन ते न्यूट्रॉन ठीक है जो नाभिक होंगे है उहदा सारा वेट परमाणु का सारा वेट कहदे च बनते हैं नाभिक च बनते हैं उहदे सेंटर च बनते हैं सेंटर च की चीज़ होंगी है प्रोटोन होंगे ने ते न्यूट्रॉन होंगे ने तो अपना जो पुंज संख्या होंगी है प्रोटोन ते न्यूट्रॉन के नंबरस नूं ऐड करके फाइंड करी जाती है तो उन्होंने एडिशन ही होंगे मास नंबर होंगे इलैक्ट्रॉन का जो वेट होंगे वो निगलिजिबल बनते हैं ना के बराबर बनते हैं इसलिए जो सारा वेट होंगे परमाणु का वो प्रोटोन ते न्यूट्रॉन के नंबरस ही होंगे नैक्सट क्वेश्चन हैगा आइसोटॉप्स की होंगे आइसोटॉप्स एज ए पार्टिकल होंगे जिन्हों का एटोमिक नंबर होंगे जोड़ा वो तो होंगे सेम एटोमिक नंबर की होंगे सेम होंगे पर मास नंबर की होंगे अलग अलग होंगे जिमें आप हाइड्रोजन की गल करिए तो हाइड्रोजन के 3 आइसोटॉप्स ने इन्हों का तीनों का जो एटोमिक नंबर है वो 1 ही होगा एक का वेट होंगे 1 एक का वेट होंगे 2 एक का होंगे वेट 3 मास नंबर तो 3 की है हाइड्रोजन के आइसोटॉप्स होंगे ठीक है दूजा ऑप्शन हैगा प्रोटोन की संख्या सेम पर न्यूट्रॉन की संख्या अलग अलग पहली गल तो अपनी सही है बिल्कुल दूजी गल भी सही है प्रोटोन की संख्या सेम इसका मतलब की हो गया जो अपने को एटोमिक नंबर होंगे है किसी भी पार्टिकल का जिमें हाइड्रोजन का सीगा 1 है तो यदा मतलब ये है कि हाइड्रोजन को इलैक्ट्रॉन भी 1 है तो हाइड्रोजन को प्रोटोन भी 1 है इलैक्ट्रॉन का नंबर कह लो या प्रोटोन का नंबर कह लो इसनों ही एटोमिक नंबर कहते हैं कोई भी परमाणु इलैक्ट्रॉन तो प्रोटोन के नंबर बिल्कुल सेम होंगे है इसलिए एटोमिक नंबर प्रोटोन नंबर कि प्रोटोन किन्ने ने या इलैक्ट्रॉन किन्ने ने किसी भी परमाणु ये तीनों चीज़ां सेम ही है तो जो प्रोटोन का एटोमिक नंबर सेम है हरेक आइसोटॉप का तो अपने को जो मास नंबर अलग अलग होंगे तो मास नंबर की चीज़ नाल डिसाइड होंगे है न्यूट्रॉन नाल ते प्रोटोन नाल डिसाइड होंगे है जो एटोमिक नंबर सेम है तो अपने को जो प्रोटोन के नंबर है वो भी सेम होंगे तो फिर अपने चेंज किस च आऊगा न्यूट्रॉन के नंबर च तो अपने को दूजा ऑप्शन भी सही है पहला दूजा दोनों सही है तो अपना राइट आंसर हो जाएगा ऑप्शन सी हो जाएगा ए और बी दोवें सही है नैक्सट क्वेश्चन हैगा आइसोबार्स की होंगे है आइसोबार्स होंगे जिन्हों के एटोमिक नंबर तो अलग अलग होंगे ने एटोमिक नंबर की होंगे अलग अलग होंगे ने पर मास नंबर की है मास नंबर होंगे सेम मास नंबर की होंगे सेम होंगे एटोमिक नंबर की होंगे अलग अलग होंगे तो अपना राइट आंसर हो जाएगा ऑप्शन बी ठीक है जी मिलते हैं नैक्सट वीडियो